चिंता लाहे हमारी, अवर न सूझै दूजी ठाहर। हार पर्यो तो द्वारी, लेखा छोड़ अलेखै छूटै। हम निर्गुण लिहो उभारी, सद बख्शिंद सदा मेहरबाना। सबना दे आधारी, नानक दास संत पाछै परियो। राख लिहो एह बारी, नानक दास संत पाछै परियो। राख लिहो एह बारी, सतनाम वाहिगुरु। साहिब जीओ जापै आप प्रभु तेहो लोई। जुग जुग दाता अवर ना कोई। जापै आप प्रभु तेहो लोई। जुग जुग दाता अवर न कोई। ज्यों भावै त्यों राखै राख। जस जाचों देवै पत शाख। जागत जाग रहा तुद भावां। जां तू मेलहि तां तुझै समावां। जय जयकार जपौं जगदीश। गुरमत मिलिए 20-21। चख बोलन क्या जग स्यों वाद। झूर मरै देखै परमाद। जन्म मुए नहीं जीवन आसा। आए चले भय आस निराशा। झुर झुर झख माटी रल जाए। काल न चांपै हर गुण गाए। पाई नवनिद हर कै नाए। आपे देवै सहज सुभाई। झुर झुर झख माटी रल जाए। काल न चांपै हर गुण गाए। पाई नवनिद हर कै नाए। आपे देवै सहज सुभाई। वाहिगुरु जी का खालसा वाहिगुरु जी की फतेह। परम सन्मानयोग चवर छतर तख्त दे मालक साहिब कमाल वाली कुल आलम
ਗੁਰਤਾ ਗੱਦੀ ਤੇ ਵਿਰਾਜਮਾਨ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤਿਨਾਂ ਦੇ ਪਾਵਨ ਮੁਬਾਰਕ ਦਰਬਾਰ ਦੀ ਹਾਜ਼ਰੀ ਭਰ ਰਹੇ ਗੁਰਮੁਖ ਪਿਆਰੇ ਸਤ ਸੰਗੀ ਜਨੋ, ਗੁਰੂ ਪਾਤਸ਼ਾਹ ਜੀ ਦੀ ਮਿਹਰ ਕਿਰਪਾਲਤਾ ਹੋਈ ਜੋ ਲੜੀਵਾਰ ਪਾਵਨ ਬਾਣੀ ਦੀ ਵਿਚਾਰ ਨਾਲ ਜੁੜ ਕੇ ਜ਼ਿੰਦਗੀ ਦੇ ਸਮੇਂ ਨੂੰ ਸਫਲ ਬਣਾਉਣ ਦਾ ਯਤਨ ਕਰ ਰਹੇ ਹਾਂ। ਵਿਚਾਰ ਅਧੀਨ ਪਾਵਨ ਬਾਣੀ ਦੇ ਜਿਨ੍ਹਾਂ ਬਚਨਾਂ ਦਾ ਪਾਠ ਆਪ ਜੀ ਸ਼ਰਵਣ ਕਰ ਰਹੇ ਸੀ, ਇਹ ਪਾਵਨ ਬਚਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਤਿਗੁਰੂ ਤਿਨਾਂ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਰਾਮਕਲੀ ਰਾਗ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ ਨੰਬਰ 933 ਉੱਪਰ ਦਰਜ ਹਨ। ਇਸ ਰਾਗ ਦੇ ਵਿੱਚ ਗੁਰੂ ਪਾਤਸ਼ਾਹ ਦੁਆਰਾ ਉਚਾਰੀ ਹੋਈ ਪਾਵਨ ਬਾਣੀ ਓਅੰਕਾਰ ਦੀ ਵਿਚਾਰ ਚੱਲ ਰਹੀ ਹੈ, ਜਿਸ ਦੇ ਤਹਿਤ ਇਸ ਅੰਮ੍ਰਿਤ ਗੁਰਬਾਣੀ ਦੇ 24 ਪੱਦਿਆਂ ਦੀ ਵਿਚਾਰ ਹੁਣ ਤੱਕ ਮੁਕੰਮਲ ਹੋ ਚੁੱਕੀ ਹੈ। ਆਓ ਉਸ ਤੋਂ ਅਗਲੇਰੇ 2 ਪੱਦੇ ਅੱਜ ਦੇ ਇਸ ਦੀਵਾਨ ਵਿੱਚ ਉਹਨਾਂ ਨੂੰ ਵਿਚਾਰਨ ਸਮਝਣ ਦਾ ਯਤਨ ਕਰਾਂਗੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਤਿਗੁਰੂ ਇਸ ਪਾਵਨ ਬਾਣੀ ਵਿੱਚ ਜਿੱਥੇ ਇੱਕ ਓਅੰਕਾਰ ਉਸ ਪਰਮੇਸ਼ਵਰ ਅਕਾਲ ਪੁਰਖ ਦਾ ਜ਼ਿਕਰ ਕਰ ਰਹੇ ਹਨ, ਉੱਥੇ ਨਾਲ ਹੀ ਇਹ ਵੀ ਸਮਝਾਉਂਦੇ ਨੇ ਕਿ ਉਹ ਕਿਹੜੀ ਵਿਧੀ ਤਰੀਕਾ ਹੈ ਜਿਹਦੀ ਵਰਤੋਂ ਕਰਕੇ ਇੱਕ ਜੀਵ ਉਹਦੇ ਨਾਲ ਜੁੜ ਸਕਦਾ ਹੈ। ਅਨੇਕ ਮੁਸ਼ਕਲਾਂ, ਅਨੇਕ ਰੁਕਾਵਟਾਂ ਹਨ ਜਿਹੜੀਆਂ ਸਾਨੂੰ ਉਹਦੇ ਨਾਲ ਜੁੜਨ ਤੋਂ ਰੋਕ ਰਹੀਆਂ ਨੇ। ਬਿਲਕੁਲ ਉਸੇ ਤਰ੍ਹਾਂ ਜਿਵੇਂ ਕਿਸੇ ਨਦੀ ਨੇ ਅਖੀਰ ਪਹੁੰਚਣਾ ਸਮੁੰਦਰ ਤੱਕ ਹੈ, ਪਰ ਉਹਦੇ ਰਾਹ ਦੇ ਵਿੱਚ ਵੀ ਅਨੇਕ ਪ੍ਰਕਾਰ ਦੀਆਂ ਰੁਕਾਵਟਾਂ ਆਉਂਦੀਆਂ ਹਨ। ਕਿਤੇ ਪਹਾੜੀ ਰਸਤਾ ਹੈ, ਪੱਥਰਾਂ ਨੂੰ, ਪਹਾੜਾਂ ਨੂੰ ਪਾਰ ਕਰਦਿਆਂ ਹੋਇਆਂ ਕਈ ਹਜ਼ਾਰ ਮੀਲ ਦਾ ਪੈਂਡਾ ਤੈਅ ਕਰਕੇ ਫਿਰ ਕਿਤੇ ਜਾ ਕੇ ਅਖੀਰ ਸਮੁੰਦਰ ਦੇ ਨਾਲ ਉਸ ਨੂੰ ਮਿਲਾਪ ਨਸੀਬ ਹੁੰਦਾ ਹੈ। ਬਿਲਕੁਲ ਉਸੇ ਤਰ੍ਹਾਂ ਇਹ ਮਨੁੱਖ ਹੈ, ਇੱਕ ਚੱਲਦੀ ਹੋਈ ਨਦੀ ਦੀ ਤਰ੍ਹਾਂ ਸਮਝ ਲਓ। ਇਹਦੇ ਰਾਹ ਦੇ ਵਿੱਚ ਵੀ ਬਹੁਤ ਸਾਰੀਆਂ ਰੁਕਾਵਟਾਂ ਨੇ। ਕਦੋਂ ਕੋਈ ਪਹਾੜੀ ਰਸਤਾ ਆ ਜਾਣਾ ਤੇ ਕਿੰਨਾ ਕੁ ਲੰਮੇਰਾ ਪੈਂਡਾ ਹੈ, ਇਸ ਗੱਲ ਦੀ ਵੀ ਇਸ ਨੂੰ ਕੋਈ ਸੋਝੀ ਨਹੀਂ। ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਫਿਰ ਸਾਨੂੰ ਵਿਧੀਆਂ ਦੱਸੀਆਂ ਨੇ, ਢੰਗ ਸਮਝਾਇਆ ਹੈ, ਔਰ ਇਹ ਤਰੀਕਾ ਨਾ ਕੋਈ ਜੋਗੀਆਂ ਵਾਲਾ ਹੈ, ਨਾ ਕੋਈ ਸੰਨਿਆਸੀਆਂ ਵਾਲਾ ਹੈ। ਇਹ ਤਰੀਕਾ ਬਿਲਕੁਲ ਨਵੇਕਲਾ ਅਲੱਗ ਹੈ। ਗੁਰੂ ਸਾਹਿਬ ਤੋਂ ਪਹਿਲਾਂ ਲੋਕਾਂ ਨੇ ਬਹੁਤ ਸਾਰੇ ਢੰਗ ਲੱਭੇ ਸਨ। ਜੋਗੀਆਂ ਨੇ ਕਹਿ ਦਿੱਤਾ ਜੇ ਪ੍ਰਾਪਤੀ ਕਰਨੀ ਹੈ ਤਾਂ ਤੁਹਾਨੂੰ ਸੰਸਾਰ ਛੱਡ ਕੇ ਹੀ ਨਿਰੰਕਾਰ ਮਿਲੇਗਾ, ਇਹਦੇ ਤੋਂ ਬਿਨਾਂ ਹੋਰ ਕੋਈ ਤਰੀਕਾ ਨਹੀਂ। ਸੰਸਾਰ ਛੱਡਣਾ ਪਏਗਾ। ਸੰਸਾਰ ਵਿੱਚ ਘਰ ਹੈ, ਪਰਿਵਾਰ ਹੈ, ਧੀਆਂ ਪੁੱਤ ਨੇ, ਉਹਨਾਂ ਨੂੰ ਤਿਆਗੇ ਤੋਂ ਬਿਨਾਂ ਕੋਈ ਨਿਰੰਕਾਰ ਦੇ ਨੇੜੇ ਨਹੀਂ ਹੋ ਸਕੇਗਾ। ਇਹ ਉਹਨਾਂ ਦਾ ਸਿਧਾਂਤ ਸੀ। ਸੰਨਿਆਸੀਆਂ ਦਾ ਸਿਧਾਂਤ ਵੀ ਕੋਈ ਬਹੁਤਾ ਅਲੱਗ ਨਹੀਂ ਸੀ। ਇਸ ਤਰ੍ਹਾਂ ਦੀ ਵਿਚਾਰਧਾਰਾ ਸਮਾਜ ਵਿੱਚ ਪ੍ਰਚਲਿਤ ਰਹੀ
ਤੇ ਜਿਹੜੇ ਲੋਕ ਸਮਾਜ ਵਿੱਚ ਰਹਿਣ ਦੀ ਗੱਲ ਕਰਦੇ ਸੀ ਉਹ ਵੀ ਫਿਰ ਅਨੇਕ ਪ੍ਰਕਾਰ ਦੇ ਕਰਮਾਂ ਕਾਂਡਾਂ ਦਾ ਜ਼ਿਕਰ ਕਰਨ ਲੱਗ ਪਏ। ਕਿਸੇ ਨੇ ਕਿਹਾ 68 ਤੀਰਥਾਂ ਦਾ ਇਸ਼ਨਾਨ, ਜਿੰਨੀ ਦੇਰ ਤੱਕ ਤੁਸੀਂ 68 ਤੀਰਥਾਂ 'ਤੇ ਜਾਓਗੇ ਨਹੀਂ ਤੁਹਾਨੂੰ ਕਿੱਥੋਂ ਰੱਬ ਦੀ ਪ੍ਰਾਪਤੀ ਹੋ ਸਕੇਗੀ। ਹੋਰ ਅਨੇਕ ਪ੍ਰਕਾਰ ਦੇ ਕਰਮ ਕਾਂਡ ਜਿਨ੍ਹਾਂ ਵਿੱਚੋਂ ਪਰਮਾਤਮਾ ਨੂੰ ਖੁਸ਼ ਕਰਨ ਵਾਸਤੇ ਵਰਤ ਇਤਿਆਦਿਕ ਰੱਖਣੇ। ਕਈ ਤਪੀਸ਼ਰਾਂ ਨੇ ਤਪ ਸਾਧੇ, ਤਪ ਵੀ ਅਨੇਕ ਪ੍ਰਕਾਰ ਦੇ ਮੰਨੇ ਗਏ। ਇਹ ਵਿਧੀਆਂ ਸੀ, ਕਹਿ ਲਓ, ਢੰਗ ਤਰੀਕੇ ਸੀ ਜਿਹੜੇ ਅਲੱਗ-ਅਲੱਗ ਲੋਕਾਂ ਨੇ ਆਪਣੇ ਆਪਣੇ ਢੰਗ ਦੇ ਨਾਲ ਬਿਆਨ ਕੀਤੇ ਸੀ। ਪਰ ਇਹਨਾਂ ਦੇ ਮੁਕਾਬਲੇ ਤੇ ਗੁਰੂ ਸਾਹਿਬ ਨੇ ਜਿਹੜਾ ਉਪਦੇਸ਼ ਦਿੱਤਾ, ਜਿਹਦੇ ਵਿੱਚ ਮਿਲਾਪ ਲਈ ਇਹ ਨਹੀਂ ਕਿਹਾ ਗਿਆ ਕਿ ਸੰਸਾਰ ਛੱਡ ਕੇ ਨਿਰੰਕਾਰ ਮਿਲੇਗਾ, ਬਲਕਿ ਇਹਦੇ ਵਿੱਚ ਇਹ ਸਮਝਾਇਆ ਗਿਆ ਕਿ ਸੰਸਾਰ ਵਿੱਚ ਰਹਿੰਦਿਆਂ ਨਿਰੰਕਾਰ ਮਿਲੇਗਾ। ਇਹਦੇ ਵਿੱਚ ਕੋਈ ਸਰੀਰ ਨੂੰ ਦੁਖੀ ਕਰਨ ਵਾਲਾ ਤਪ ਨਹੀਂ ਗੁਰੂ ਸਾਹਿਬ ਨੇ ਸ਼ਾਮਲ ਕੀਤਾ, ਬਲਕਿ ਸੰਗਤ ਦੀ ਸੇਵਾ, ਮਾਨਵਤਾ ਦੀ ਸੇਵਾ, ਗੁਰੂ ਦੀ ਸੇਵਾ, ਇਸ ਨੂੰ ਸਤਿਗੁਰੂ ਜੀ ਨੇ ਸ੍ਰੇਸ਼ਟ ਤਪ ਦਾ ਨਾਮ ਦੇ ਦਿੱਤਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰ ਸੇਵਾ ਤਪਾਂ ਸਿਰ ਤਪਸਾਰ, ਵਰਤਾਂ ਦੀ ਡੈਫੀਨੇਸ਼ਨ ਤਬਦੀਲ ਕਰ ਦਿੱਤੀ। ਲੋਕੀ ਭੁੱਖੇ ਰਹਿਣ ਨੂੰ ਵਰਤ ਕਹਿ ਰਹੇ ਸੀ, ਗੁਰੂ ਸਾਹਿਬ ਨੇ ਇੰਦਰੀਆਂ ਦਾ ਵਰਤ ਸਮਝਾਇਆ। ਅੱਖਾਂ ਨਾਲ ਚੰਗੇਰਾ ਵੇਖਣਾ ਹੈ, ਮਾੜਾ ਨਹੀਂ ਵੇਖਣਾ ਹੈ। ਕੰਨਾਂ ਦਾ ਵਰਤ ਮਾੜਾ ਨਹੀਂ ਸੁਣਨਾ ਹੈ, ਜ਼ੁਬਾਨ ਦਾ ਵਰਤ ਮਾੜਾ ਨਹੀਂ ਬੋਲਣਾ ਹੈ। ਇਸ ਤਰ੍ਹਾਂ ਸਤਿਗੁਰੂ ਜੀ ਨੇ ਇੱਕ ਅਲੱਗ ਸੋਚ ਕਹਿ ਲਓ, ਇੱਕ ਅਲੱਗ ਵਿਚਾਰਧਾਰਾ ਸਾਡੇ ਸਾਹਮਣੇ ਰੱਖੀ, ਜਿਹਨੂੰ ਅਸੀਂ ਇਹਨਾਂ ਦੋ ਤੁਕਾਂ ਦੇ ਵਿੱਚੋਂ ਸਮਝ ਸਕਦੇ ਹਾਂ ਕਿ ਨਾਨਕ ਸਤਿਗੁਰ ਭੇਟਿਐ ਪੂਰੀ ਹੋਵੈ ਜੁਗਤ, ਹਸੰਦਿਆਂ ਖਿਲੰਦਿਆਂ ਪਹਿਨੰਦਿਆਂ ਖਵੰਦਿਆਂ ਵਿੱਚੇ ਹੋਵੈ ਮੁਕਤ। ਗੁਰੂ ਸਾਹਿਬ ਨੇ ਸ਼ਰਤ ਲਗਾਤੀ, ਨਾਨਕ ਸਤਿਗੁਰ ਭੇਟਿਐ। ਪਹਿਲੀ ਸ਼ਰਤ ਹੈ ਗੁਰੂ ਨੂੰ ਮਿਲਣਾ ਹੋਏਗਾ। ਜਦੋਂ ਸੱਚੇ ਸਤਿਗੁਰੂ ਦਾ ਮਿਲਾਪ ਹੋਏਗਾ, ਇਸੇ ਓਅੰਕਾਰ ਬਾਣੀ ਵਿੱਚ ਆਪਾਂ ਪਿੱਛੇ ਬਚਨ ਪੜ੍ਹ ਚੁੱਕੇ ਹਾਂ ਗੁਰੂ ਸਾਹਿਬ ਦਾ, ਕਾਚੇ ਗੁਰ ਤੇ ਮੁਕਤ ਨਾ ਹੁਆ। ਮੁਕਤੀ ਵੀ ਲੈਣੀ ਹੈ ਪਰ ਕੱਚਿਆਂ ਦੇ ਕੋਲੋਂ ਨਹੀਂ ਮਿਲੇਗੀ। ਉਹਦੇ ਲਈ ਸੱਚੇ ਸਤਿਗੁਰੂ ਦੀ ਸ਼ਰਨ ਵਿੱਚ ਆਉਣਾ ਹੋਏਗਾ, ਜਿਹਨੂੰ ਸਤਿਗੁਰੂ ਨੇ ਬਾਣੀ ਵਿੱਚ ਵਾਰ-ਵਾਰ ਗੁਰ ਪੂਰਾ ਲਿਖਿਆ ਹੈ। ਪੂਰੇ ਸਤਿਗੁਰੂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਅਨੇਕ ਵਾਰ ਮਿਲੇਗਾ। ਤੇ ਉਸੇ ਪੂਰੇ ਸਤਿਗੁਰੂ ਲਈ ਸ਼ਬਦ ਇੱਥੇ ਆ ਗਿਆ, ਨਾਨਕ ਸਤਿਗੁਰ ਭੇਟਿਐ। ਗੁਰੂ ਨੂੰ ਮਿਲਣ ਦੇ ਨਾਲ ਪੂਰੀ ਹੋਵੈ ਜੁਗਤ, ਜ਼ਿੰਦਗੀ ਜਿਉਣ ਦੀ ਜੁਗਤੀ ਸੰਪੂਰਨ ਹੋਏਗੀ। ਗੁਰੂ ਨੂੰ ਪੁੱਛੇ ਤੋਂ ਬਿਨਾ ਹੋਰ ਅਨੇਕ ਜੁਗਤੀਆਂ ਭਾਵੇਂ ਮਨੁੱਖ ਵਰਤਦਾ ਰਵੇ, ਉਹ ਬੇਕਾਰ ਨੇ। ਕੋਈ ਆਪਣਾ ਹੀ ਅੰਦਾਜ਼ਾ ਲਗਾਈ ਜਾਏ, ਨਹੀਂ ਇੰਜ ਕੀਤਿਆਂ ਰੱਬ ਮਿਲੇਗਾ, ਨਹੀਂ ਆਹ ਤਰੀਕਾ ਵਰਤਿਆਂ ਪਰਮੇਸ਼ਰ ਪ੍ਰਾਪਤ ਹੋਏਗਾ। ਗੁਰੂ ਸਾਹਿਬ ਨੇ ਸਪਸ਼ਟ ਕਰ ਦਿੱਤੀ ਗੱਲ, ਇੱਥੇ ਗੁਰੂ ਨੂੰ ਮਿਲ ਕੇ ਹੀ ਜੁਗਤੀ ਦਾ ਪਤਾ ਲੱਗੇਗਾ। ਤੇ ਗੁਰੂ ਨੇ ਜੁਗਤੀ ਉਹ ਸਮਝਾਉਣੀ ਹੈ ਜਿਹੜੀ ਸਭ ਤੋਂ ਸੌਖੀ ਹੋਏਗੀ ਤੇ ਜਿਹਦੇ ਤੇ ਦੁਨੀਆ ਦਾ ਹਰ ਇਨਸਾਨ ਤੁਰ ਸਕੇ। ਨਾਨਕ ਸਤਿਗੁਰ ਭੇਟਿਐ ਪੂਰੀ ਹੋਵੈ ਜੁਗਤ, ਹਸੰਦਿਆਂ ਖਿਲੰਦਿਆਂ ਪਹਿਨੰਦਿਆਂ ਖਵੰਦਿਆਂ। ਹੁਣ ਨਾ ਇੱਥੇ ਹੱਸਣ ਨੂੰ ਮਾੜਾ ਕਿਹਾ, ਨਾ ਸੰਸਾਰ ਦੀਆਂ ਖੇਡਾਂ ਖੇਡਣ ਨੂੰ ਮਾੜਾ ਕਿਹਾ, ਨਾ ਵਸਤਰ ਪਹਿਨਣ ਨੂੰ ਮਾੜਾ ਕਿਹਾ, ਤੇ ਨਾ ਖਾਣ ਪੀਣ ਨੂੰ ਗੁਰੂ ਸਾਹਿਬ ਨੇ ਮਾੜਾ ਕਿਹਾ। ਜਿਹੜੇ ਰੱਬ ਦੀ ਪ੍ਰਾਪਤੀ ਦੀ ਗੱਲ ਕਰਦੇ ਸੀ ਉਹ ਇਹਨਾਂ ਸਾਰੀਆਂ ਚੀਜ਼ਾਂ ਤੋਂ ਵਰਜ ਰਹੇ ਸੀ। ਦੁਨੀਆ ਦੇ ਵਿੱਚ ਘਰ ਪਰਿਵਾਰ ਵਿੱਚ ਬਹਿ ਕੇ ਹੱਸਣਾ, ਇਹਨੂੰ ਤਾਂ ਮੰਨਿਆ ਜਾਂਦਾ ਸੀ, ਕਿੱਥੋਂ ਰੱਬ ਮਿਲ ਜਾਏਗਾ। ਜਿਹੜਾ ਆਪਣੇ ਧੀਆਂ ਪੁੱਤਾਂ ਪਰਿਵਾਰ 'ਚ ਬਹਿ ਕੇ ਹੱਸਦਾ ਹੈ, ਖੇਡਦਾ ਹੈ, ਗੱਲਾਂ ਬਾਤਾਂ ਕਰਦਾ, ਇਹ ਤਾਂ ਪਰਮੇਸ਼ਰ ਦੇ ਨੇੜੇ ਹੋ ਹੀ ਨਹੀਂ ਸਕੇਗਾ। ਇਹ ਮਨੌਤ ਸੀ। ਤੇ ਹਜ਼ੂਰ ਨੇ ਸਪਸ਼ਟ ਕਰਤਾ, ਜੇ ਗੁਰੂ ਨੂੰ ਮਿਲੇ ਆ, ਹੱਸਦਿਆਂ ਵੀ ਮੁਕਤੀ ਹੋ ਸਕਦੀ ਹੈ, ਘਰ ਪਰਿਵਾਰ ਵਿੱਚ ਰਹਿੰਦਿਆਂ ਸੰਸਾਰ ਦੀਆਂ ਖੇਡਾਂ ਖੇਡਦਿਆਂ ਵੀ ਮੁਕਤੀ ਹੋ ਸਕਦੀ ਹੈ, ਵਸਤਰ ਕੀਮਤੀ ਪਾ ਕੇ ਵੀ ਮੁਕਤੀ ਹੋ ਸਕਦੀ ਹੈ, ਤੇ ਭੋਜਨ ਪ੍ਰਸ਼ਾਦਾ ਛਕਦਿਆਂ ਵੀ ਮੁਕਤੀ ਹੋ ਸਕਦੀ ਹੈ।
ਤਪੀਸ਼ਰਾਂ ਵਾਂਗੂ नहीं गुरु साहब ने कहा भी रोटी खानी बंद कर दो, रुखां दे पत्ते खा के गुजारा करो, कंद मूल खा के गुजारा करो। इहो जी कोई विधि इस प्रकार का तरीका नहीं गुरु साहब ने लोगों को दसिया सी। वैसे भी महाराज जी ने समझाया, जे कोई मनुख अपने मन नूं गुरु नाल जोड़न की बजाय होर कर्मकांड कर रहे, इहदा भाव उस सप नूं मारन की बजाय सप की खुड नूं कुट्टण का यतन कर रहा है। कंट्रोल तो इस मन नूं करना सी, काबू दे वी ते अपना मन लैके आउणा है, ते मन नूं काबू करन की बजाय होर ही कामां दे विच पै गया भी इस तरह एक लत्त ते खलो के तप करना है जी, प्रसादा नहीं छकना, कंद मूल खा के गुजारा करना है। गुरु साहब ने बाणी दे विच समझाया, गोबिंद भजन की मत है होरा। ए बंदे जेड़े तू कर्म दस रहे हैं, ये परमेश्वर की बंदगी करने का तरीका नहीं है। गोबिंद भजन की मत है होरा, होरा का मतलब होर ही मत है जिहड़ी तू दसन का यतन कर रहे, ये वाहिगुरु का सिमरन करने वाली मत नहीं। वर्मी मारी साप ना मरी, नाम ना सुनाई डोरा। वर्मी मारी, वर्मी कहते खुड नूं, वर्मी मारी साप ना मरी, खुड नूं कुटिया कदे सप नहीं मरिया करता है। हुण खुड कुटिया सप कित्थों मर जाएगा, सप ते अंदर चला गया। तो इस तरह शरीर नूं दुखी करन दे नाल मन कित्थों वस विच आ जाएगा। शरीर नूं भुखा रख लिया, सारे जिन्ने यतन ने शरीर दे ने, मन का कोई यतन नहीं है। एक लाते खलो के कोई विशेष मंत्र जपना, इस शरीर नूं दुखी करना है, इसदा मन दे नाल कोई संबंध नहीं। भुखे रहना, वर्त रखने, ठाड़ तीर्थां दा इशनान, इन्हां सारियां दा संबंध शरीर दे नाल है। तो गुरु जी ने स्पष्ट किया, वर्मी मारी साप ना मरी। हुण खुड कुटिया सप कित्थों मरेगा, शरीर तो दुखी हो जाएगा, शरीर सुक भी जाएगा। जिवें तपे तपीशर अपने शरीरां नूं सुका लैंदे सी, चंगा भोजन दा खाना, बस जड़ां खा लैणियां रुखां दीयां जां पत्ते तोड़ के खा लैणे। हुण इह शरीर तो कमज़ोर हो जाएगा, मन थोड़ा कमज़ोर होएगा। मन तो सगों पहिलां नालों भी तगड़ा हो गया, विकार भोगेगा। वर्मी मारी साप ना मरी, नाम ना सुनई डोरा। ये बोला इंसान नाम तो सुनता कोई नहीं, सच्चाई की गल तो सुनता कोई नहीं। ये अपनियां मनमर्जियां करके सोची जाता भी शायद इस तरह रब मिलेगा, शायद इस तरह परमात्मा की प्राप्ति होएगी। गुरु साहब ने एक नवेकला जा तरीका समझाता, नानक सतगुर भेटे पूरी होवै जुगत, हसंदियां खिलंदियां भैनंदियां खवंदियां विचे होवै मुगत। हसदियां खेड़दियां खांदियां पहनदियां, ये सारे कर्म करदियां करदियां मुक्ति लैनी। महाराज जी ने समझा दिता, और कोई भी मुक्ति पा सकता है जिउंदे जी संसार ते रह के। भगत कबीर साहब उन्हें अपना काम धंधा थोड़ा छड्डिया सी। कबीर साहब जो लाहे का काम करते हैं, मेहनती ने, मुशक्कत करने वाले हैं। तो देखो उन्होंने निरंकार नूं पाया है, उन्होंने बाणी विच वार वार जिक्र मिलेगा। अब तो जाए चढ़े सिंहासन, मिले हैं सारंग पानी, राम कबीरा एक भय हैं कोई ना सकै पछानी। भगत रविदास जी कितनी मेहनत की उन्होंने। मरे पशुओं को ढोना, उन्हों का चम लाउना, चम सुकाउना, जुत्तियां तैयार करनियां, जुत्तियां गंढनियां, मेहनत वाला कार्य। सवेर तो शाम तक वो मेहनत ही करते हैं। तो मेहनत करदियां करदियां उन्होंने निरंकार नूं पा लिया। हसंदियां खिलंदियां पहनंदियां खवंदियां विचे होवै मुक्त वाली गल। भगत नामदेव जी, भगत तरलोचन नूं ते भुलेखा भी पै गया सी एक बार, क्योंकि भगत नामदेव जी ते भगत तरलोचन जी बहुत प्यारे मित्र सी दोवें। तो भगत तरलोचन जी ने गुरमत दा मार्ग भगत नामदेव दे कोलों सिखिया है। भगत नामदेव जी नूं प्राप्ति पहला हो गई सी, भगत तरलोचन नूं प्राप्ति बाद विच हुई। तो भगत नामदेव की शोभा सुन के उन्हों दे कोल गए सन, वेखण वास्ते भी
बड़ा नाम सुने भगत नामदेव जी का। तो ऐसे भगत नूं मिलना चाहिए एक बार, जिहड़ा इन्ने गुणां दा माल। जदों गए तो जांदियां नूं भगत नामदेव जी अपनी किरत च लगे ने, काम च लगे हुए ने। भगत तरलोचन ने सोचा भी जो लोकां दे कोलों सुनिया सी, शायद भगत नामदेव जी उवें दे नहीं हन। लोकां कोलों सुनिया सी भी बड़ा जुड़िया होया भगत है, रब की बंदगी करदा, पर इत्थे आके वेख्या वो तां अपनी किरत विच लगे हुए ने। क्योंकि भगत तरलोचन जी के मन विच भी उही भुलेखा सी जिहड़ा बाकी लोकां दे मन विच सी, भी बंदगी लई घर छड्डो, परिवार छड्डो, कारोबार छड्डो, मेहनत करनी त्याग दो। यही उन्होंने सोचा होया सी, आही बाकी लोग सोचते हैं। पर जदों वेख्या भगत नामदेव नूं मेहनत करदे मन में जो ख्याल आया, उन्होंने फिर सवाल भी पूछ लिया। कहंदे नामदेव जी तुसी बंदगी किहड़े वेले करदे हो? तुसी ते सारा दिन आ मेहनत कर रहे हो, तो रोज़ इंज ही करदे हो कि जिवें अज लगे हुए हो? मैनूं दसो फिर बंदगी किस वक्त करदे हो? तो भगत नामदेव जी ने जिहड़ा जवाब दिता वो गुरु ग्रंथ साहिब की बाणी विच दर्ज होए। सलोक भगत कबीर साहब ने विचारे ने, बाणी कबीर साहब की है, भगत कबीर जी की। तो वार्तालाप उन्होंने भगत नामदेव ते भगत तरलोचन की करवाई। नामा माया मोहिया कहत लोचन मीत। कहत लोचन मीत का मतलब है भगत तरलोचन जो कि भगत नामदेव जी के मित्र हैं, वो ये गल कहते हैं कि नामदेव जी तुसी ते माया दे विच ही फस गए। भी जिहड़ा बंदा मेहनती है उहदे बारे सामने वाला सोचेगा भी ये तो माया दा ही उपराला करता रहिंदा। नामा माया मोहिया, नामदेव जी तुसी माया विच मोहित हो गए हो। कहत लोचन मीत, भगत तरलोचन मित्र ये गल कह रहे हैं। काहे शिपो शाइले राम ना लाभो चीत। क्यों तुसी ये सारा दिन आ काम किरत करी जा रहे हो, ते राम ना लाभो चीत, परमात्मा नाल ते अपना चित जोड़िया नहीं, तुसी ते धंधियां नाल जोड़ के बह गए। हुण अगले सलोक में जवाब दिता है। कबीर जी लिखते ने भगत नामदेव जी ने फिर आ जवाब दिता सी। नामा कहत लोचना मुख ते राम संभाल, हाथ पाओ कर काम सब चीत निरंजन नाल। इन्हां सलोकां दे विच गुरमत दा मेन फलसफा है। हाथ पाओ कर काम सब, कि हाथ पैर रब ने काहदे लई दित्ते ने? मेहनत करन लई, मुशक्कत करन वास्ते। ते चित जोड़ना है परमेश्वर दे नाल। की किरत करदियां होइयां वाहिगुरू नूं चेते नहीं कीता जा सकदा है? की किरत रुकावट बन जाती है? भगत नामदेव जी कहन लगे तरलोचन जी अपना भुलेखा दूर कर लो। वाहिगुरू की प्राप्ति लई मनुख नूं मेहनत छड्डण दी लोड़ नहीं है। ये अपनी किरत नूं ही करते की साधना बना सकता है। जे मनुख चाहे तो अपने धंधे नूं भी धर्म बना सकता है, तो जे मनुख चाहे तो धर्म नूं भी धंधा बना सकता है। खेड उल्टी भी हो सकती है। कई रब दे प्यारे ऐसे ने जिन्हां ने अपने धंधे नूं ही अपना धर्म बना लिया। भगत धन्ना जी खेतां 'च मेहनत करते हैं, नक्के मोड़ते हैं, फसल बीजते हैं, फसल की कटाई करते हैं, और वेखो उन्होंने अपने धंधे नूं धर्म बना लिया। वो खेतीबाड़ी करदियां करदियां मेहनत मुशक्कत करदियां वाहिगुरू जी नूं पा गए। तो कोई ऐसा है जिहड़ा है धर्म की लाइन विच पर धंधा ही बंदा धंधे 'च ही ऐसा खुभ गया तो धर्म कमाउण दा चेता ही भुल गया। कोई अपनी किरत नूं भी साधन बना लैंदा है करते की प्राप्ति लई, तो किसी ने करते की प्राप्ति के साधना नूं किरत बना लिया। फर्क पै गया ना, इस जगह ते आके फर्क पै गया। भगत नामदेव ने जो गल समझाई भगत तरलोचन के हिरदे च बह गई। बाद विच भगत तरलोचन ने भी मेहनत की, वो भी पा गए, जिस करके उन्हों की बाणी भी गुरु ग्रंथ साहिब की बाणी विच दर्ज हुई। धन गुरु नानक साहब महाराज सतगुरु जी ने भावें हजूर का बहुता जिंदगी का समा मानवता के भले के कारजां विच लंघिया है,
ਜਿਸ ਕਾਰਨ ਕਰਕੇ ਉਹਨਾਂ ਨੇ ਆਪਣੇ ਘਰੇਲੂ ਜਿਹੜੇ ਕਾਰਜ ਸੀ ਉਹ ਸੰਕੋਚੇ। ਹੁਣ ਕਿੰਨਾ ਲੰਮਾ ਸਮਾਂ ਸਤਿਗੁਰੂ ਯਾਤਰਾਵਾਂ ਦੇ ਵਿੱਚ ਰਹੇ ਨੇ, ਜਿਹਨੇ ਇੰਨੀਆਂ ਲੰਮੇਰੀਆਂ ਯਾਤਰਾਵਾਂ ਕਰਨੀਆਂ ਨੇ, ਉੱਥੇ ਥਾਂ ਥਾਂ 'ਤੇ ਸੁਨੇਹਾ ਦੇਣਾ ਸੀ ਸੱਚ ਦਾ। ਇਹ ਵੀ ਅਸਲ ਦੇ ਵਿੱਚ ਇੱਕ ਕਿਰਤ ਹੀ ਕਹਿ ਲਓ, ਲੋਕਾਂ ਨੂੰ ਸੱਚਾਈ ਦਾ ਸੁਨੇਹਾ ਦੇਣਾ, ਭੁੱਲਿਆਂ ਨੂੰ ਸਿੱਧਾ ਰਾਹ ਵਿਖਾਉਣਾ। ਉਹਦੇ ਲਈ ਮਹਾਰਾਜ ਜੀ ਨੂੰ ਸੰਸਾਰ ਦੇ ਕਾਰਜ ਆਪਣੇ ਸੰਕੋਚਣੇ ਪਏ। ਪਰ ਫਿਰ ਵੀ ਤੁਸੀਂ ਵੇਖੋ, ਜ਼ਿੰਦਗੀ ਦੇ ਅਖੀਰਲੇ 18 ਸਾਲ ਖੇਤੀ ਕੀਤੀ ਗੁਰੂ ਸਾਹਿਬ ਨੇ, 18 ਸਾਲ ਹਲ ਚਲਾਏ। ਜਿਸ ਉਮਰ ਦੇ ਵਿੱਚ ਲੋਕ ਮੰਜੇ ਤੇ ਬਹਿਣਾ ਪਸੰਦ ਕਰਦੇ ਨੇ ਬੁਢਾਪੇ ਦੇ ਵਿੱਚ ਜਾ ਕੇ, ਉਸ ਉਮਰ ਦੇ ਵਿੱਚ ਵੀ ਸਤਿਗੁਰੂ ਹਲ ਚਲਾਉਂਦੇ ਰਹੇ ਨੇ। 18 ਸਾਲ ਖੇਤੀਬਾੜੀ, ਸੁਲਤਾਨਪੁਰ ਲੋਧੀ ਦੀ ਧਰਤੀ ਤੇ ਰਹੇ ਗੁਰੂ ਸਾਹਿਬ। 13 ਵੀ ਤੋਲਿਆ। ਮੋਦੀ ਖਾਨੇ ਵਿੱਚ ਬੈਠੇ ਨੇ, ਕਿਰਤ ਕਰਨੀ ਸਿਖਾਈ ਕਿ ਬੇਈਮਾਨੀ ਵਾਲੀ ਕਿਰਤ ਨਹੀਂ ਹੋਣੀ ਚਾਹੀਦੀ, ਮਿਹਨਤ ਮੁਸ਼ੱਕਤ ਤੇ ਇਮਾਨਦਾਰੀ ਵਾਲੀ ਕਿਰਤ ਚਾਹੀਦੀ। ਤਾਂ ਉਹਨਾਂ ਨੇ ਵਪਾਰ ਕਰਕੇ, ਦੁਕਾਨਦਾਰੀ ਕਰਕੇ, ਖੇਤੀਬਾੜੀ ਕਰਕੇ ਸਮਝਾ ਦਿੱਤਾ ਵੀ ਕਿਰਤ ਮਾੜੀ ਨਹੀਂ ਹੈ, ਬਲਕਿ ਕਿਰਤ ਕਰਤੇ ਦੀ ਵਡਿਆਈ ਕਰਨ ਦਾ ਇੱਕ ਤਰੀਕਾ ਵੀ ਹੈ। ਜੇ ਇਨਸਾਨ ਧਰਮ ਦੇ ਸੁਚੱਜੇ ਰਾਹ ਦੇ ਉੱਪਰ ਚੱਲ ਪਏ। ਖੈਰ, ਇੱਥੇ ਵੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਓਅੰਕਾਰ ਬਾਣੀ ਵਿੱਚ ਵੀ ਸਾਨੂੰ ਜੁਗਤੀਆਂ ਸਮਝਾ ਰਹੇ ਨੇ। ਮਨੁੱਖ ਡਿੱਗ ਰਹੇ, ਥਿੜਕ ਰਹੇ, ਵਾਰ-ਵਾਰ ਵਿਕਾਰਾਂ ਵਿੱਚ ਫਸਦਾ ਹੈ, ਤੇ ਜੇ ਕਿਤੇ ਆਪਣੇ ਗੁਰੂ ਦੀ ਉਂਗਲ ਫੜ ਲਏ ਤੇ ਫਿਰ ਡਿੱਗੇਗਾ ਨਹੀਂ। ਮਹਾਰਾਜ ਹੁਣ 25 ਨੰਬਰ ਪਦੇ ਵਿੱਚ ਸਮਝਾਉਂਦੇ ਨੇ, ਜਾਪੈ ਆਪ ਪ੍ਰਭੂ ਤਿਹੁ ਲੋਏ, ਜੁਗ ਜੁਗ ਦਾਤਾ ਅਵਰ ਨਾ ਕੋਈ। ਜਾਪੈ ਆਪ ਪ੍ਰਭੂ, ਜਾਪੈ ਦਾ ਮਤਲਬ ਜਾਪਦਾ ਹੈ, ਦਿਸਦਾ ਹੈ। ਆਪ ਪਰਮੇਸ਼ਰ ਸਾਨੂੰ ਤਿੰਨਾਂ ਲੋਕਾਂ ਦੇ ਵਿੱਚੋਂ ਦਿਸਣ ਲੱਗ ਪਿਆ ਹੈ। ਜਾਪੈ ਆਪ ਪ੍ਰਭੂ ਤਿਹੁ ਲੋਏ। ਤਿਹੁ ਲੋਏ ਦਾ ਭਾਵ ਤਿੰਨੇ ਲੋਕ, ਆਕਾਸ਼ ਲੋਕ, ਮਾਤ ਲੋਕ, ਪਾਤਾਲ ਲੋਕ। ਇਹਦਾ ਭਾਵ ਬਣੇਗਾ ਕੁੱਲ ਦੁਨੀਆ। ਜੁਗ ਜੁਗ ਦਾਤਾ ਅਵਰ ਨਾ ਕੋਈ, ਹਰ ਯੁੱਗ ਵਿੱਚ ਹਰ ਸਮੇਂ ਦਾਤਾ ਇੱਕ ਹੀ ਹੈ। ਯੁੱਗ ਦਾ ਅਰਥ ਆਪਾਂ ਪਿੱਛੇ ਵੀ ਸਮਝਿਆ ਸੀ, ਯੁੱਗ ਦਾ ਮਤਲਬ ਸਮਾਂ ਵੀ ਹੈ, ਤੇ ਯੁੱਗ ਦਾ ਅਰਥ ਗਿਣਤੀ ਵਾਲਾ 2 ਵੀ ਹੈ। ਯੁੱਗ ਯੁੱਗ 2 ਵਾਰੀ ਆ ਗਿਆ, ਇਹਦਾ ਅਰਥ ਬਣੇਗਾ 2 ਤੇ 2 4, ਚਾਰੇ ਯੁੱਗ। ਇਹਦਾ ਅਰਥ ਬਣੇਗਾ ਹਰੇਕ ਸਮਾਂ। ਯੁੱਗ ਯੁੱਗ 2 ਤੇ 2 4, 4 ਯੁੱਗ ਹੀ ਮੰਨੇ ਗਏ ਨੇ। ਹਾਲਾਂਕਿ ਗੁਰੂ ਸਾਹਿਬ ਨੇ ਯੁੱਗ ਮਨੁੱਖ ਦੇ ਅੰਦਰ ਗਿਣੇ ਨੇ, ਬਾਹਰਲੇ ਪਾਸੇ ਨਹੀਂ। ਪਰ ਇਹਨੂੰ ਇੱਥੇ ਭਾਵ ਅਰਥਾਂ ਦੇ ਵਿੱਚ ਸਮਝਾਂਗੇ, ਚਾਰੇ ਯੁੱਗ ਭਾਵ ਕਿ ਹਰੇਕ ਸਮਾਂ। ਜੁਗ ਜੁਗ ਦਾਤਾ, ਜੁਗਾਂ ਜੁਗਾਂਤਰਾਂ ਦਾ, ਹਰ ਯੁੱਗ ਵਿੱਚ ਹਰ ਸਮੇਂ 'ਚ ਇੱਕ ਹੀ ਦਾਤਾ ਹੈ, ਅਵਰ ਨਾ ਕੋਈ। ਤੇ ਉਸ ਇੱਕ ਦਾਤੇ ਤੋਂ ਬਿਨਾਂ ਹੋਰ ਕੋਈ ਦੂਜਾ ਨਹੀਂ, ਉਹਦੇ ਤੋਂ ਬਿਨਾਂ ਹੋਰ ਕੋਈ ਨਹੀਂ ਜਿਹੜਾ ਦਾਤਾ ਹੈ। ਜਿਉ ਭਾਵੈ ਤਿਉ ਰਾਖੈ ਰਾਖ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਹੇ ਪੰਡਤ ਜੀ, ਤੁਸੀਂ ਵੀ ਉਸ ਇੱਕ ਨੂੰ ਮੰਨਣਾ ਸ਼ੁਰੂ ਕਰੋ। ਕਿਉਂਕਿ ਪੰਡਤ ਦੇ ਨਾਲ ਚਰਚਾ ਹੋ ਰਹੀ ਹੈ ਤੇ ਉਹਨੂੰ ਸਮਝਾ ਰਹੇ ਨੇ, ਪੰਡਤ ਜੀ ਤੁਸੀਂ ਵੀ ਐਵੇਂ ਅਰਦਾਸ ਕਰਿਆ ਕਰੋ, ਤੇ ਅਰਦਾਸ ਵਿੱਚ ਕਿਆ ਕਰੋ, ਹੇ ਵਾਹਿਗੁਰੂ, ਜਿਉ ਭਾਵੈ, ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਤਿਉ ਰਾਖੈ ਰਾਖ, ਸਾਨੂੰ ਉਵੇਂ ਤੂੰ ਰੱਖ ਲੈ ਜਿਵੇਂ ਤੈਨੂੰ ਭਾਉਂਦਾ ਹੈ। ਜਸ ਜਾਚੋਂ ਦੇਵੈ ਪਤ ਸ਼ਾਖ। ਪੰਡਤ ਜੀ ਪੁੱਛਦੇ ਨੇ, ਮਹਾਰਾਜ ਕੁਝ ਮਿਲੇਗਾ? ਹਜ਼ੂਰ ਧੰਨ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ, ਪੰਡਤ ਜੀ ਸਭ ਕੁਝ ਦੇਣ ਵਾਲਾ ਹੀ ਉਹ ਹੈ, ਤੁਸੀਂ ਪੁੱਛਦੇ ਹੋ ਕੁਝ ਮਿਲੇਗਾ? ਹਰ ਦਾਤ ਹੀ ਉਹਨੇ ਦਿੱਤੀ ਹੈ। ਜਸ ਜਾਚੋਂ, ਜਿਵੇਂ ਦੀ ਮੈਂ ਯਾਚਨਾ ਕਰਦਾ ਹਾਂ, ਦੇਵੈ ਪਤ ਸ਼ਾਖ, ਉਹ ਵਾਹਿਗੁਰੂ ਉਵੇਂ ਦੀ ਇੱਜ਼ਤ, ਮਾਨ, ਸਨਮਾਨ ਸਾਰਾ ਕੁਝ ਦਿੰਦਾ ਹੈ। ਪਦ ਦਾ ਮਤਲਬ ਮਾਨ, ਸਨਮਾਨ, ਇੱਜ਼ਤ, ਤੇ ਸ਼ਾਖ ਦਾ ਮਤਲਬ ਹੈ ਨਾਮਣਾ। ਮਨੁੱਖ ਦਾ ਸੋਹਣਾ ਨਾਮ ਵੀ ਬਣ ਜਾਂਦਾ ਹੈ, ਇੱਜ਼ਤ ਵੀ ਬਣ ਜਾਂਦੀ ਹੈ, ਸਭ ਕੁਝ ਦੇਣ ਵਾਲਾ ਖੁਦ ਹੈ। ਜਾਗਤ ਜਾਗ ਰਹਾ ਤੁਧ ਭਾਵਾਂ। ਹੇ ਮੇਰੇ ਮਾਲਕ ਜੀ, ਮੈਂ ਜਾਗਦਾ ਰਹਾ, ਮੈਂ ਕਦੇ ਸੌਵਾਂ ਨਾ। ਜਾਗਣ ਦਾ ਭਾਵ ਸੁਰਤ ਦੇ ਤਲ ਤੇ ਜਾਗਣਾ ਹੈ। ਇੱਕ ਤਾਂ ਸਰੀਰਕ ਤੌਰ ਤੇ ਸੌਣਾ ਤੇ ਜਾਗਣਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ 2 ਤਰ੍ਹਾਂ ਦਾ ਸੌਣ ਤੇ 2 ਤਰ੍ਹਾਂ ਦਾ ਜਾਗਣਾ ਗੁਰੂ ਸਾਹਿਬ ਨੇ ਮੰਨੇ। ਇੱਕ ਸਰੀਰਕ ਤੌਰ ਤੇ ਸੌਣਾ ਜਾਗਣਾ, ਤੇ ਇੱਕ ਮਨ ਦੇ ਤਲ ਤੇ ਸੌਣਾ ਤੇ ਜਾਗਣਾ। ਸਰੀਰ ਦੇ ਤਲ ਤੇ ਰੋਜ਼ ਬੰਦਾ ਸੌਂਦਾ ਹੈ, ਰੋਜ਼ ਜਾਗਦਾ ਹੈ,
ਪਰ ਮਨ ਪਤਾ ਨਹੀਂ ਕਦੋਂ ਦਾ ਸੁੱਤਾ ਹੋਇਆ ਤੇ ਜਾਗਣ ਨੂੰ ਤਿਆਰ ਨਹੀਂ। ਉਸ ਜਾਗਣ ਦੀ ਗੱਲ ਗੁਰੂ ਸਾਹਿਬ ਕਰਦੇ ਨੇ, ਜਾਗਤ ਜਾਗ ਰਹਾ ਮੇਰੇ ਵਾਹਿਗੁਰੂ, ਮੈਂ ਹਮੇਸ਼ਾ ਜਾਗਦਾ ਰਹਾ, ਮੇਰੀ ਸੁਰਤ ਕਦੇ ਸੌਵੇਂ ਨਾ, ਤੁਧ ਭਾਵਾਂ ਮੈਂ ਤੁਹਾਨੂੰ ਭਾ ਜਾਵਾਂ। ਜਾਂ ਤੂੰ ਮਿਲੇ ਤਾਂ ਤੁਝੇ ਸਮਾਵਾਂ, ਜੇ ਤੂੰ ਮੈਨੂੰ ਕਿਤੇ ਮਿਲਾ ਲਏ ਆਪਣੇ ਨਾਲ ਤੇ ਫਿਰ ਮੈਂ ਤੇਰੇ ਵਿੱਚ ਹੀ ਸਮਾ ਜਾਵਾਂਗਾ। ਜੈ ਜੈਕਾਰ ਜਪੋ ਜਗਦੀਸ਼, ਗੁਰਮਤਿ ਮਿਲੀਐ 20-21। ਉਸੇ ਵਾਹਿਗੁਰੂ ਦੀ ਜੈ ਜੈਕਾਰ ਹੈ, ਉਸੇ ਦਾ ਨਾਮ ਹੈ ਕੁੱਲ ਕਾਇਨਾਤ ਵਿੱਚ। ਤੇ ਹੇ ਵਾਹਿਗੁਰੂ ਜੀ ਜੈ ਜੈਕਾਰ, ਮੈਂ ਤੁਹਾਡੀ ਜੈ ਜੈਕਾਰ ਕਰਾਂ। ਜਪੋ ਜਗਦੀਸ਼, ਜਗਤ ਦੇ ਈਸ਼ ਮਾਲਕ ਜੀ ਤੁਹਾਨੂੰ ਜਪਦਾ ਰਹਾਂ। ਗੁਰਮਤਿ ਮਿਲੀ ਹੈ, ਜੇ ਗੁਰੂ ਦੀ ਮੱਤ ਲੈ ਲਈਏ, ਗੁਰੂ ਦਾ ਉਪਦੇਸ਼ ਗ੍ਰਹਿਣ ਕਰ ਲਈਏ ਤੇ ਫਿਰ ਉਹਦੇ ਨਾਲ ਮਿਲ ਪਵਾਂਗੇ। ਗੁਰਮਤਿ ਮਿਲੀ ਹੈ 20-21, ਉਹ ਪਰਮਾਤਮਾ ਜਿਹੜਾ ਸਾਰਿਆਂ ਦਾ ਮੂਲ ਹੈ, ਸਾਰਿਆਂ ਦਾ ਮੁੱਢ ਹੈ, ਉਹਦੇ ਨਾਲ ਸੰਪੂਰਨ ਤੌਰ 'ਤੇ ਮਿਲ ਜਾਵਾਂਗਾ। 20 ਵਿਸਵੇ ਪੂਰੀ ਤਰ੍ਹਾਂ ਭਾਵ ਕੇ, ਜਿਹਨੂੰ ਆਪਾਂ ਕਹੀਏ 16 ਆਨੇ ਪੂਰੀ ਤਰ੍ਹਾਂ। ਅੱਜ ਕੱਲ੍ਹ ਦੀ ਗੱਲ ਕਰਾਂਗੇ ਤੇ ਕਹਾਂਗੇ 100 ਪੈਸੇ, ਪੂਰੀ ਤਰ੍ਹਾਂ ਉਹਦੇ ਵਿੱਚ ਮਿਲ ਜਾਵਾਂਗੇ। ਗੁਰਮਤਿ ਮਿਲੀ ਹੈ 20-21, 20 ਵਿਸਵੇ ਪੂਰੀ ਤਰ੍ਹਾਂ ਉਹਦੇ ਵਿੱਚ ਇੱਕਵੇਂ ਹੋ ਜਾਵਾਂਗੇ। ਝੱਖ ਬੋਲਣ ਕਿਆ ਜਗ ਸਿਉ ਵਾਦ, ਪਰ ਇਨਸਾਨ ਕੀ ਕਰਦਾ? ਮਹਾਰਾਜ ਕਹਿੰਦੇ ਹੇ ਪੰਡਤ ਜੀ, ਮਨੁੱਖ ਝੱਖਾਂ ਮਾਰਨੀਆਂ ਤਾਂ ਠੀਕ ਜਾਣਦਾ ਹੈ, ਪਰ ਉਹਨੂੰ ਯਾਦ ਕਰਨਾ ਠੀਕ ਨਹੀਂ ਸਮਝਦਾ ਹੈ। ਇਹ ਝੱਖਾਂ ਮਾਰਦਾ ਹੈ, ਮਾੜਾ ਬੋਲਦਾ ਹੈ, ਈਰਖਾ ਕਰਦਾ ਹੈ। ਝੱਖ ਬੋਲਣ ਕਿਆ ਜਗ ਸਿਉ ਵਾਦ, ਕਾਹਦੇ ਲਈ ਵਾਦ ਵਿਵਾਦ ਕਰਨਾ ਹੋਇਆ, ਕਿਉਂ ਝਗੜਨਾ ਹੋਇਆ। ਝੂਰ ਮਰੈ ਦੇਖੈ ਪ੍ਰਮਾਦ, ਪ੍ਰਮਾਦ ਕਹਿੰਦੇ ਹੰਕਾਰ ਨੂੰ। ਇਹ ਦੂਜੇ ਨੂੰ ਅਗਾਂਹ ਵੱਧਦਾ ਵੇਖ ਕੇ ਝੂਰ ਝੂਰ ਕੇ ਮਰਦਾ ਰਹਿੰਦਾ ਹੈ। ਜਦੋਂ ਕਿਸੇ ਨੂੰ ਅਗਾਂਹ ਜਾਂਦਾ ਵੇਖਦਾ ਤੇ ਫਿਰ ਹੰਕਾਰੀ ਬੰਦਾ ਕਿਸੇ ਨੂੰ ਅਗਾਂਹ ਜਾਂਦਾ ਹੋਇਆ ਵੇਖ ਕੇ ਜਰਦਾ ਨਹੀਂ ਤੇ ਮਨ ਵਿੱਚ ਸਾਰਾ ਦਿਨ ਖਿੱਚਦਾ ਰਹੇਗਾ। ਜਨਮ ਮੂਏ ਨਹੀਂ ਜੀਵਨ ਆਸਾ, ਆਏ ਚੱਲੇ ਪਏ ਆਸ ਨਿਰਾਸਾ। ਇੱਕ ਦਿਨ ਜਿੱਥੇ ਜਨਮ ਲਿਆ ਉੱਥੇ ਮਹਾਰਾਜ ਕਹਿੰਦੇ ਇੱਕ ਦਿਹਾੜੇ ਮਰਨਾ ਵੀ ਹੈ। ਜਨਮ ਮੂਏ, ਜੰਮਣ ਵਾਲੇ ਨੇ ਮਰਨਾ ਵੀ ਹੈ। ਨਹੀਂ ਜੀਵਨ ਆਸਾ, ਇਹੋ ਜਿਹੀ ਆਸ ਤਾਂ ਕੋਈ ਬੰਦਾ ਲਾ ਨਹੀਂ ਸਕਦਾ ਕਿ ਹਮੇਸ਼ਾ ਜਿਉਂਦਾ ਹੀ ਰਵਾਂਗਾ। ਜ਼ਿੰਦਗੀ ਦੀ ਲੰਮੇਰੀ ਆਸ ਬੰਦਾ ਲਾ ਵੀ ਲਏ ਤੇ ਜਿਉਂਦੇ ਤੇ ਰਹਿਣਾ ਨਹੀਂ, ਹਮੇਸ਼ਾ ਮਰਨਾ ਤੇ ਫਿਰ ਵੀ ਹੈ। ਜਨਮ ਹੋਏ ਨਹੀਂ ਜੀਵਨ ਆਸਾ, ਆਏ ਚੱਲੇ ਭਏ ਆਸ ਨਿਰਾਸ਼ਾ। ਲੋਕ ਆਏ ਤੇ ਚੱਲੇ, ਇੱਕ ਦਿਹਾੜੇ ਤੁਰ ਵੀ ਜਾਣਗੇ ਸਾਰੇ। ਹਜ਼ੂਰ ਕਹਿੰਦੇ ਆਏ ਚੱਲੇ ਭਏ ਆਸ ਨਿਰਾਸ਼ਾ। ਜਿਹੜੇ ਆਸਾਂ ਰੱਖਣ ਵਾਲੇ ਨੇ ਵਿਚਾਰੇ ਨਿਰਾਸ਼ ਹੋ ਜਾਣਗੇ। ਕਿਉਂ? ਕਿਉਂਕਿ ਸਾਰੀਆਂ ਆਸ਼ਾਵਾਂ ਕਿਸੇ ਦੀਆਂ ਪੂਰੀਆਂ ਨਹੀਂ ਹੁੰਦੀਆਂ। ਜਿੰਨੀਆਂ ਮਰਜ਼ੀ ਬੰਦੇ ਦੇ ਮਨ ਵਿੱਚ ਆਸ਼ਾਵਾਂ ਹੋਣ, ਕੋਈ ਪੂਰੀ ਹੋ ਜਾਂਦੀ ਹੈ, ਕੋਈ ਰਹਿ ਜਾਂਦੀ ਹੈ। ਚੋਰ ਚੋਰ ਚੱਖ ਮਾਟੀ ਰਲ ਜਾਏ, ਤੇ ਉਹ ਇਨਸਾਨ ਜਿਹੜਾ ਵੱਡੇ ਵੱਡੇ ਦਾਅਵੇ ਕਰ ਰਿਹਾ ਸੀ, ਝੂਰਦਾ ਝੱਖਾਂ ਮਾਰਦਾ, ਇੱਕ ਦਿਨ ਮਿੱਟੀ ਵਿੱਚ ਮਿੱਟੀ ਹੋ ਜਾਏਗਾ। ਵੱਡੇ ਵੱਡੇ ਦਾਅਵੇ ਕਰਨ ਵਾਲਾ, ਹੰਕਾਰ ਦੀਆਂ ਗੱਲਾਂ ਕਰਨ ਵਾਲਾ, ਦੂਜੇ ਨਾਲ ਈਰਖਾ ਕਰਨ ਵਾਲਾ, ਹਜ਼ੂਰ ਕਹਿੰਦੇ ਝੂਰਦੇ ਨੇ ਇੱਕ ਦਿਹਾੜੇ ਮਿੱਟੀ 'ਚ ਮਿੱਟੀ ਹੋ ਹੀ ਜਾਣਾ ਹੈ, ਕਿਉਂਕਿ ਹਮੇਸ਼ਾ ਰਹਿਣਾ ਨਹੀਂ। ਚੋਰ ਚੱਖ ਮਾਟੀ ਰਲ ਜਾਏ, ਪਰ ਨਾਲ ਕਹਿੰਦੇ ਕਾਲ ਨਾ ਚੰਪੈ ਹਰ ਗੁਣ ਗਾਏ। ਕਾਲ ਆਤਮਕ ਮੌਤ ਨਾ ਚੰਪੈ, ਤੇਰੇ ਤੇ ਅਸਰ ਨਹੀਂ ਪਾ ਸਕੇਗੀ। ਐ ਪੰਡਤ ਜੀ ਇਸ ਗੱਲ ਨੂੰ ਸਮਝੋ, ਜੇ ਵਾਹਿਗੁਰੂ ਦੇ ਗੁਣ ਗਾਉਣ ਲੱਗ ਜਾਈਏ ਤੇ ਫਿਰ ਆਤਮਕ ਮੌਤ ਦਾ ਵੀ ਕੋਈ ਅਸਰ ਨਹੀਂ ਹੋਏਗਾ। ਮਨੁੱਖ ਹਮੇਸ਼ਾ ਚੜ੍ਹਦੀ ਕਲਾ 'ਚ ਰਹੇਗਾ, ਕਿਉਂਕਿ ਨਿਰੰਕਾਰ ਦੇ ਗਾਏ ਹੋਏ ਗੁਣਾਂ ਨੇ ਸਾਡੀ ਹਉਮੈ ਵੀ ਮਿਟਾ ਦੇਣੀ ਹੈ। ਦੂਜਿਆਂ ਨਾਲ ਈਰਖਾ ਕਰਨ ਦਾ ਸੁਭਾਅ ਵੀ ਮੁੱਕ ਜਾਏਗਾ, ਵਿਕਾਰ ਭੋਗਣ ਦੀ ਬਿਰਤੀ ਖਤਮ ਹੋ ਜਾਏਗੀ, ਤੇ ਫਿਰ ਆਤਮਕ ਮੌਤ ਦਾ ਅਸਰ ਕਿੱਥੋਂ ਹੋਏਗਾ। ਕਾਲ ਨਾ ਚੰਪੈ ਹਰ ਗੁਣ ਗਾਏ, ਤੇ ਅਖੀਰ ਵਿੱਚ ਗੁਰੂ ਸਾਹਿਬ ਦਾ ਬਚਨ ਹੈ, ਪਾਈ ਨਵ ਨਿਧ ਹਰ ਕੈ ਨਾਈ। ਨਵ ਨਿਧ ਨੌ ਖਜ਼ਾਨੇ, ਪਾਈ ਨਵ ਨਿਧ, 9 ਨਿਧੀਆਂ ਪਾ ਲਈਆਂ, ਸਾਰੇ ਖਜ਼ਾਨੇ ਲੱਭ ਗਏ। ਕਿੱਥੋਂ ਲੱਭੇ ਨੇ? ਹਰ ਕੈ ਨਾਈ, ਪਰਮੇਸ਼ਰ ਦੇ ਨਾਮ ਦੇ ਵਿੱਚੋਂ, ਕਿਉਂਕਿ ਉਹਦਾ ਨਾਮ ਹੀ ਹੈ ਜਿਹਦੇ ਵਿੱਚ ਰਿੱਧੀਆਂ ਸਿੱਧੀਆਂ ਕਰਾਮਾਤਾਂ ਸਾਰਾ ਕੁਛ ਹੀ ਹੈ। ਪਾਈ ਨਵਨਿਧ ਹਰ ਕੈ ਨਾਏ, ਆਪੇ ਦੇਵੈ ਸਹਿਜ ਸੁਭਾਈ। ਤੇ ਮਹਾਰਾਜ ਕਹਿੰਦੇ ਦਾਤ ਦੇਣ ਵਾਲਾ ਕੋਈ ਹੋਰ ਨਹੀਂ,
आप ही दिंदा है, क्योंकि दद्दा दाता एक है, सब को देवनहार, देंदे तोड़ ना आवे, अगणत भरे भंडार। भंडारे उसे देने सारे भरे हुए, इस करके ये दात देने वाला भी आप ही है। जे जोड़ ले तो मनुख का जीवन सफला होवे। सो धन गुरु नानक साहब महाराज इस तरह सानू विषयां विकारां तो बचण दा सब तो एक सोहना जिहड़ा मार्ग है वो समझा रहे ने। गुरु की मत, सतगुरु का उपदेश, गुरु उपदेश तो वड्डा इस संसार दे विच और कुछ भी नहीं। इसे करके बाणी विच वार वार गुर प्रसाद का जिक्र मिलेगा, गुरु की शरण विच आउण दा जिक्र मिलेगा, क्योंकि गुरु की मत ने ही साडे जीवन को तब्दील करना है। धन गुरु नानक साहब महाराज सतगुरु कृपा करन, गुरबाणी दे वाक साडे हिरदे विच वसन, गुरु कृपा गुरु रहमत दे पात्र हो सकीए। अज दियां इन्नियां ही विचारां आप जी ने प्रवान करनियां। पवित्र गुरबाणी की विचार करदियां होइयां भुल्लां दी खिमा बख्शणी। आओ सारे फतेह की सांझ पाईए। वाहिगुरु जी का खालसा, वाहिगुरु जी की फतेह। तू ठाकुर तू मां